ਪਿਆਰੇ ਵਿਦਿਆਰਥੀਓ, ਮੈਂ ਕੁਲਦੀਪ ਸਿੰਘ ਲੈਕਚਰਰ ਪੰਜਾਬੀ ਸਾਹਿਤ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ। ਤੇ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 12ਵੀਂ ਖੰਡ ਤੀਜਾ ਤੇ ਉਸ ਦੇ ਵਿੱਚੋਂ ਸਾਹਿਤ ਦੇ ਰੂਪ ਅਸੀਂ ਪੜ੍ਹ ਰਹੇ ਹਾਂ। ਤੇ ਅੱਜ ਅਸੀਂ ਸਾਹਿਤ ਦਾ ਜਿਹੜਾ ਰੂਪ ਪੜ੍ਹਨ ਜਾ ਰਹੇ ਹਾਂ ਉਹ ਹੈ ਗਜ਼ਲ। ਗਜ਼ਲ ਦੇ ਬਾਰੇ ਅਸੀਂ ਪਹਿਲਾਂ ਉਸਦੇ ਸ਼ਬਦਾਰਥ ਸਮਝਦੇ ਹਾਂ ਤੇ ਉਸ ਤੋਂ ਬਾਅਦ ਗਜ਼ਲ ਦੀ ਪਰਿਭਾਸ਼ਾ ਕਰਾਂਗੇ ਤੇ ਇਹ ਸਾਹਿਤ ਰੂਪ ਕਿਵੇਂ ਪੰਜਾਬੀ ਦੇ ਵਿੱਚ ਆਇਆ ਹੈ ਇਹਨਾਂ ਦੀ ਅਸੀਂ ਗੱਲ ਕਰਦੇ ਹੋਏ ਗਜ਼ਲ ਦੀ ਤਕਨੀਕ ਦੇ ਬਾਰੇ ਅਸੀਂ ਸਮਝਾਂਗੇ ਤੇ ਅਖੀਰ ਦੇ ਵਿੱਚ ਅਸੀਂ ਇੱਕ ਲਵਾਂਗੇ ਉਦਾਹਰਣ ਜਿਸ ਦੇ ਰਾਹੀਂ ਗਜ਼ਲ ਦੀ ਜਿਹੜੀ ਸਾਰੀ ਤਕਨੀਕ ਹੈ ਉਸ ਦੀ ਸਮਝ ਪ੍ਰਾਪਤ ਕਰਾਂਗੇ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਗਜ਼ਲ ਸ਼ਬਦ ਦੇ ਸ਼ਾਬਦਿਕ ਅਰਥ ਕੀ ਹਨ। ਉਹ ਹਨ ਮਹਿਬੂਬ ਨਾਲ ਖੇਡਣਾ, ਔਰਤਾਂ ਨਾਲ ਇਸ਼ਕ ਤੇ ਮੁਹੱਬਤ ਦੀਆਂ ਗੱਲਾਂ ਕਰਨਾ। ਕਿਉਂਕਿ ਗਜ਼ਲ ਹੈ ਜਿਹੜਾ ਉਹ ਫਾਰਸੀ ਤੋਂ ਆਇਆ ਹੋਇਆ ਕਾਵਿ ਰੂਪ ਹੈ। ਇੱਕ ਤਾਂ ਇਸ ਨੂੰ ਛੰਦ ਨਹੀਂ ਸਮਝਣਾ, ਬਹੁਤੀਆਂ ਥਾਵਾਂ 'ਤੇ ਭੁਲੇਖੇ ਵਾਸਤੇ ਇਸ ਨੂੰ ਛੰਦ ਸਮਝ ਲਿਆ ਜਾਂਦਾ ਹੈ, ਜਦੋਂ ਕਿ ਇਹ ਇੱਕ ਕਾਵਿ ਰੂਪ ਹੈ, ਕਾਵਿ ਦਾ ਰੂਪ ਹੈ। ਪਹਿਲੀ ਗੱਲ ਤਾਂ ਇਹ, ਤੇ ਦੂਜਾ ਇਹ ਫਾਰਸੀ ਤੋਂ ਆਇਆ ਹੋਇਆ ਸਾਹਿਤ ਰੂਪ ਹੈ। ਤੇ ਜਿਵੇਂ ਹੀ ਮੁਸਲਮਾਨ ਲੋਕ ਭਾਰਤ ਦੇ ਵਿੱਚ ਆਏ, ਉਹਨਾਂ ਦੀ ਆਮਦ ਦੇ ਨਾਲ ਹੀ ਭਾਰਤ ਦੇ ਵਿੱਚ ਵੀ ਗਜ਼ਲ ਲਿਖੀ ਜਾਣੀ ਸ਼ੁਰੂ ਹੋਈ ਤੇ ਪੰਜਾਬੀ ਦੀ ਜਿਹੜੀ ਗਜ਼ਲ ਹੈ ਉਹ ਵੀ ਫਾਰਸੀ ਤੋਂ ਹੀ ਜਿਹੜੀ ਹੈ ਪ੍ਰਭਾਵਿਤ ਹੈ। ਜਿਹੜੀ ਇਸ ਦੀ ਆਮਦ ਹੈ ਉਹ ਤਾਂ ਫਾਰਸੀ ਤੋਂ ਹੋਈ, ਪਰ ਹੁਣ ਜਿਹੜੀ ਗਜ਼ਲ ਪੰਜਾਬੀ ਦੇ ਵਿੱਚ ਲਿਖੀ ਜਾ ਰਹੀ ਹੈ ਉਹ ਉਰਦੂ ਜਿਹੜੀ ਗਜ਼ਲ ਹੈ ਉਸ ਦੇ ਪ੍ਰਭਾਵ ਨੂੰ ਕਬੂਲਦੀ ਹੈ। ਭਾਵ ਇਸ ਦੀ ਸ਼ੁਰੂਆਤ ਫਾਰਸੀ ਤੋਂ ਹੋਈ ਤੇ ਹੁਣ ਜਿਹੜੀ ਗਜ਼ਲ ਪੰਜਾਬੀ ਦੇ ਵਿੱਚ ਲਿਖੀ ਜਾ ਰਹੀ ਹੈ ਉਹ ਉਰਦੂ ਤੋਂ ਪ੍ਰਭਾਵਿਤ ਹੈ। ਫਾਰਸੀ ਦੇ ਅਨੁਸਾਰ ਹੀ ਅਸੀਂ ਇਸ ਸ਼ਬਦ ਦੇ ਅਰਥ ਕਰ ਰਹੇ ਹਾਂ ਕਿ ਮਹਿਬੂਬ ਨਾਲ ਖੇਡਣਾ, ਔਰਤਾਂ ਨਾਲ ਇਸ਼ਕ ਤੇ ਮੁਹੱਬਤ ਦੀਆਂ ਗੱਲਾਂ ਕਰਨਾ, ਇਹ ਗਜ਼ਲ ਦੇ ਸ਼ਾਬਦਿਕ ਅਰਥ ਹਨ। ਤੇ ਫਾਰਸੀ ਦੇ ਵਿੱਚ ਜਿਹੜੀ ਪਹਿਲੀ ਗਜ਼ਲ ਲਿਖੀ ਗਈ ਸੀ ਉਸ ਦੇ ਵਿੱਚ ਇਹੋ ਹੀ ਵਿਸ਼ਾ ਵਸਤੂ ਹੈ ਜਿਹੜਾ ਉਹ ਪੇਸ਼ ਕੀਤਾ ਜਾਂਦਾ ਸੀ, ਔਰਤਾਂ ਨਾਲ ਇਸ਼ਕ ਤੇ ਮੁਹੱਬਤ ਦੀਆਂ ਗੱਲਾਂ ਤੇ ਉਹਨਾਂ ਦੇ ਜ਼ਿਕਰ ਦੇ ਵਿੱਚ ਜਿਹੜੇ ਸ਼ੇਅਰ ਕਹੇ ਜਾਂਦੇ ਸਨ ਉਹਨਾਂ ਨੂੰ ਹੀ ਗਜ਼ਲ ਕਿਹਾ ਗਿਆ ਹੈ। ਆਬਿਦ ਅਲੀ ਨੇ ਇਸ ਦੇ ਇੱਕ ਹੋਰ ਅਰਥ ਦੱਸੇ ਹਨ। ਉਹ ਕਿਹੜੇ ਦੱਸੇ ਹਨ? ਉਹ ਉਸ ਦਰਦਨਾਕ ਆਵਾਜ਼ ਨੂੰ ਗਜ਼ਲ ਕਹਿੰਦੇ ਹਨ ਜਿਹੜੀ ਸ਼ਿਕਾਰੀ ਕੁੱਤਿਆਂ ਤੋਂ ਜਾਨ ਬਚਾਉਣ ਵੇਲੇ ਨਿਰਾਸ਼ ਹੋਇਆ ਹਿਰਨ ਸੰਕਟ ਦੇ ਸਮੇਂ ਕੱਢਦਾ ਹੈ। ਹਿਰਨ ਹੈ ਜਿਹੜਾ ਆਪਣੀ ਜਾਨ ਬਚਾਉਣ ਦੇ ਲਈ ਇਹੋ ਜਿਹੀ ਦਰਦਨਾਕ ਆਵਾਜ਼ ਕੱਢਦਾ ਹੈ ਉਹਨਾਂ ਤੋਂ ਬਚਣ ਦੇ ਲਈ, ਉਸ ਨੂੰ ਆਬਿਦ ਅਲੀ ਨੇ ਗਜ਼ਲ ਕਿਹਾ ਹੈ। ਹੁਣ ਇਸ ਤੋਂ ਅਸੀਂ ਇਸ ਦੇ ਅਰਥ ਇਹ ਲੈ ਸਕਦੇ ਹਾਂ ਕਿ ਪ੍ਰੇਮ ਦੀ ਤੜਫ ਵਾਲੀ ਜਿਹੜੀ ਕਵਿਤਾ ਹੁੰਦੀ ਹੈ ਤੇ ਉਸ ਦੇ ਵਿੱਚ ਜਿਹੜਾ ਦਰਦ, ਜਿਹੜੀ ਕਰੁਣਾ ਉਸ ਦੇ ਵਿੱਚ ਪੇਸ਼ ਹੁੰਦੀ ਹੈ, ਉਸ ਨੂੰ ਅਸੀਂ ਗਜ਼ਲ ਕਹਿ ਸਕਦੇ ਹਾਂ। ਇਹ ਜਿਹੜੀ ਹੈ ਆਬਿਦ ਅਲੀ ਦੀ ਪਰਿਭਾਸ਼ਾ ਹੈ ਉਸ ਦੇ ਅਨੁਸਾਰ। ਪਰ ਬਾਅਦ ਵਿੱਚ ਹੋਰ ਜਿਹੜੇ ਸਮਾਜਿਕ ਵਿਸ਼ੇ ਹਨ ਉਹਨਾਂ ਨੂੰ ਵੀ ਗਜ਼ਲ ਦਾ ਹਿੱਸਾ ਬਣਾਇਆ ਜਾਣ ਲੱਗ ਪਿਆ। ਸ਼ੁਰੂ ਦੇ ਵਿੱਚ ਅਸੀਂ ਪੜ੍ਹਿਆ ਸੀ ਨਾ ਕਿ ਗਜ਼ਲ ਦੇ ਵਿੱਚ ਮਹਿਬੂਬ ਨਾਲ ਖੇਡਣਾ, ਔਰਤਾਂ ਨਾਲ ਇਸ਼ਕ ਤੇ ਮੁਹੱਬਤ ਦੀਆਂ ਗੱਲਾਂ ਕਰਨਾ, ਇਹੀ ਵਿਸ਼ੇ ਹੈ ਜਿਹੜੇ ਗਜ਼ਲ ਦੇ ਵਿੱਚ ਸਮਾਹਿਤ ਕੀਤੇ ਜਾਂਦੇ ਸਨ, ਲਏ ਜਾਂਦੇ ਸਨ। ਪਰ ਬਾਅਦ ਦੇ ਵਿੱਚ ਹੋਰ ਜਿਹੜੇ ਸਮਾਜਿਕ ਵਿਸ਼ੇ ਹਨ ਉਹ ਵੀ ਗਜ਼ਲ ਦੇ ਵਿੱਚ ਪੇਸ਼ ਕੀਤੇ ਜਾਣੇ ਸ਼ੁਰੂ ਹੋ ਗਏ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਅਰਬੀ ਫਾਰਸੀ ਗਜ਼ਲ ਵਿੱਚ ਇਸ਼ਕ ਹੈ ਜਿਹੜਾ ਉਹ ਕੇਂਦਰੀ ਮਹੱਤਤਾ ਰੱਖਦਾ ਹੈ। ਇਸ ਦੀ ਗੱਲ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇਸ਼ਕ ਕੇਂਦਰਿਤ ਹੋਣ ਕਰਕੇ ਹੀ ਕਿਹਾ ਜਾਂਦਾ ਹੈ ਕਿ ਗਜ਼ਲ ਵਿੱਚ ਵਿਸ਼ੇ ਪੱਖੋਂ ਬੜੀ ਸੰਕੀਰਨਤਾ ਹੁੰਦੀ ਹੈ। ਸੰਕੀਰਨਤਾ ਮਤਲਬ ਛੋਟਾਪਨ। ਜਿਹੜੀ ਗੱਲ ਅਸੀਂ ਕਹੀ ਸੀ ਕਿ ਗਜ਼ਲ ਦੇ ਵਿੱਚ ਸਿਰਫ ਜਿਹੜੇ ਇਸ਼ਕ ਮੁਹੱਬਤ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ, ਇਹ ਗੱਲ ਅਸੀਂ ਕਰ ਰਹੇ ਹਾਂ ਅਰਬੀ ਫਾਰਸੀ ਦੇ ਪੱਖ ਤੋਂ। ਅਰਬੀ ਫਾਰਸੀ ਦੀ ਜਿਹੜੀ ਗਜ਼ਲ ਹੈ ਉਸ ਦੇ ਵਿੱਚ ਜਿਹੜੀ ਵਿਸ਼ਾ ਵਸਤੂ ਪੇਸ਼ ਹੋਈ ਹੈ ਉਹ ਸਿਰਫ ਜਿਹੜੀ ਹੈ ਇਸ਼ਕ ਤੋਂ ਸੰਬੰਧਿਤ ਹੀ ਹੈ। ਤੇ ਇਸ ਪੱਖ ਤੋਂ ਇਹ ਕਿਹਾ ਜਾਂਦਾ ਹੈ ਕਿ ਗਜ਼ਲ ਹੈ ਜਿਹੜੀ ਉਹ ਵਿਸ਼ੇ ਪੱਖ ਤੋਂ ਬੜਾ ਸੰਕੀਰਨ ਕਾਵਿ ਰੂਪ ਹੈ, ਛੋਟਾ ਕਾਵਿ ਰੂਪ ਹੈ। ਇਸ ਦੇ ਵਿੱਚ ਹੋਰ ਵਿਸ਼ੇ ਵਸਤੂ ਹੈ ਜਿਹੜੇ ਉਹ ਪੇਸ਼ ਨਹੀਂ ਕੀਤੇ ਜਾ ਸਕਦੇ। ਪਰ ਪੰਜਾਬੀ ਦੇ ਵਿੱਚ ਇਸ ਕਾਵਿ ਰੂਪ ਦੇ ਵਿੱਚ ਬਹੁਤ ਵਿਸ਼ਾਲਤਾ ਆ ਗਈ ਹੈ ਤੇ ਆਧੁਨਿਕ ਮਨੁੱਖ ਦੀ ਹਰ ਇੱਕ ਸੰਵੇਦਨਾ ਨੂੰ ਗਜ਼ਲ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਅਸੀਂ ਇਸ ਤੋਂ ਕੀ ਅਰਥ ਲਈਏ? ਆਧੁਨਿਕ ਗਜ਼ਲ ਦੇ ਵਿੱਚ ਮਨੁੱਖ ਦੀ ਹਰ ਇੱਕ ਸਮਾਜਿਕ ਸੰਵੇਦਨਾ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਇਸ ਤੋਂ ਅਸੀਂ ਭਾਵ ਅਰਥ ਇਹ ਲੈ ਸਕਦੇ ਹਾਂ ਕਿ ਜਿਹੜੀ ਅਰਬੀ ਫਾਰਸੀ ਦੀ ਗਜ਼ਲ ਹੈ ਜਿੱਥੋਂ ਜਿਹੜੀ ਪੰਜਾਬੀ ਗਜ਼ਲ ਹੈ ਆਪਣਾ ਰੂਪ ਗ੍ਰਹਿਣ ਕਰਦੀ ਹੈ ਉਸ ਤੋਂ ਪ੍ਰਭਾਵਿਤ ਹੋ ਕੇ, ਉਸ ਦੇ ਵਿੱਚ ਤਾਂ ਜਿਹੜੀ ਵਿਸ਼ੇ ਦੀ ਹੈ ਉਹ ਸੰਕੀਰਨਤਾ ਹੈ, ਪਰ ਪੰਜਾਬੀ ਦੇ ਵਿੱਚ ਜਿਹੜੀ ਗਜ਼ਲ ਲਿਖੀ ਜਾ ਰਹੀ ਹੈ ਉਸ ਦੇ ਵਿੱਚ ਸੰਕੀਰਨਤਾ ਨਹੀਂ ਹੈ, ਉਸ ਦੇ ਵਿੱਚ ਵਿਸਥਾਰ ਆ ਗਿਆ ਹੈ।
ਕਾਸ ਦੇ ਪੱਖ ਤੋਂ, ਵਿਸ਼ਾ ਪੱਖ ਤੋਂ, ਭਾਵ ਉਸ ਦੇ ਵਿੱਚ ਸਿਰਫ ਇਸ਼ਕ ਮੁਹੱਬਤ ਦੀਆਂ ਗੱਲਾਂ ਹੀ ਨਹੀਂ ਕੀਤੀਆਂ ਜਾ ਰਹੀਆਂ, ਉਸ ਦੇ ਵਿੱਚ ਹੋਰ ਵੀ ਸਮਾਜਿਕ ਵਿਸ਼ੇ ਹੈ ਜਿਹੜੇ ਉਹ ਪੇਸ਼ ਕੀਤੇ ਜਾ ਰਹੇ ਹਨ। ਹੁਣ ਅਸੀਂ ਦੇਖਦੇ ਹਾਂ ਕਿ ਵਿਸ਼ੇਸ਼ਤਾਵਾਂ ਅਤੇ ਪ੍ਰਕਾਰ, ਗਜ਼ਲ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਹਨ ਕੁਛ ਕਿਸ ਨੇ? ਡਾਕਟਰ ਦੀਵਾਨ ਸਿੰਘ ਨੇ। ਡਾਕਟਰ ਦੀਵਾਨ ਸਿੰਘ ਗਜ਼ਲ ਦੀਆਂ 6 ਵਿਸ਼ੇਸ਼ਤਾਵਾਂ ਦੱਸਦੇ ਹਨ। ਇੱਕ ਤਾਂ ਪਹਿਲੀ ਤਾਂ ਇਹ ਹੈ ਕਿ ਇਸ਼ਕ ਦੇ ਬਹੁਪੱਖੀ ਵਿਸ਼ਿਆਂ ਦੀ ਪ੍ਰਧਾਨਤਾ। ਗਜ਼ਲ ਦੇ ਵਿੱਚ ਇਸ਼ਕ ਦੇ ਬਹੁਪੱਖੀ ਵਿਸ਼ਿਆਂ ਦੀ ਪ੍ਰਧਾਨਤਾ ਹੁੰਦੀ ਹੈ। ਇਸ਼ਕ ਦੋ ਪ੍ਰਕਾਰ ਦਾ ਹੈ, ਪਹਿਲਾ ਇਸ਼ਕ ਮਜਾਜੀ ਤੇ ਦੂਜਾ ਇਸ਼ਕ ਹੈ ਇਸ਼ਕ ਹਕੀਕੀ। ਭਾਵ ਇੱਕ ਇਸ਼ਕ ਉਹ ਹੈ ਜੋ ਦੁਨਿਆਵੀ ਚੀਜ਼ਾਂ ਨਾਲ ਹੈ, ਦੁਨਿਆਵੀ ਵਸਤੂਆਂ ਨਾਲ ਹੈ, ਉਹ ਇਸ਼ਕ ਮਜਾਜੀ ਹੈ। ਤੇ ਜੋ ਪ੍ਰਮਾਤਮਾ ਦੇ ਨਾਲ ਪ੍ਰੇਮ ਹੈ ਉਹ ਇਸ਼ਕ ਹਕੀਕੀ ਹੈ, ਉਹ ਸੱਚ ਹੈ। ਇਹ ਹਰੇਕ ਪ੍ਰਕਾਰ ਦਾ ਵਿਸ਼ਾ ਹੈ ਜਿਹੜਾ ਗਜ਼ਲ ਦੇ ਵਿੱਚ ਮਿਲ ਜਾਂਦਾ ਹੈ। ਭਾਵ ਇਸ਼ਕ ਮਜਾਜੀ ਤੋਂ ਸ਼ੁਰੂਆਤ ਕਰਕੇ ਇਸ਼ਕ ਹਕੀਕੀ ਤੱਕ ਦੀ ਪੇਸ਼ਕਾਰੀ ਹੈ ਜਿਹੜੀ ਉਹ ਗਜ਼ਲ ਦੇ ਵਿੱਚ ਕੀਤੀ ਜਾ ਸਕਦੀ ਹੈ। ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਸ਼ਕ ਦੇ ਬਹੁਪੱਖੀ ਵਿਸ਼ਿਆਂ ਦੀ ਪ੍ਰਧਾਨਤਾ ਗਜ਼ਲ ਦੇ ਵਿੱਚ ਹੁੰਦੀ ਹੈ। ਭਾਵ ਇਸ ਵਿੱਚ ਦੁਨਿਆਵੀ ਪ੍ਰੇਮ ਦੀਆਂ ਗੱਲਾਂ ਵੀ ਹੈ ਤੇ ਦੁਨਿਆਵੀ ਪ੍ਰੇਮ ਤੋਂ ਪਾਰ ਉਸ ਪ੍ਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਹੈ ਉਸ ਦੀਆਂ ਗੱਲਾਂ ਵੀ ਗਜ਼ਲ ਦੇ ਵਿੱਚ ਵਿਸ਼ਾ ਵਸਤੂ ਦੇ ਤੌਰ ਤੇ ਪੇਸ਼ ਕੀਤੀਆਂ ਗਈਆਂ ਹਨ। ਦੂਜੀ ਗੱਲ ਹੈ ਤਸੱਵੁਫ ਜਾਂ ਸੂਫੀ ਰਹੱਸਵਾਦ। ਜਿਹੜਾ ਸੂਫੀ ਰਹੱਸਵਾਦ ਹੈ ਉਸ ਨੂੰ ਤਸੱਵੁਫ ਵੀ ਕਹਿੰਦੇ ਹੈ ਤੇ ਉਸ ਦੇ ਰਾਹੀਂ ਇਸ਼ਕ ਨੂੰ ਪੇਸ਼ ਕੀਤਾ ਗਿਆ ਹੈ। ਉਹ ਕਿਸ ਪ੍ਰਕਾਰ ਨਾਲ ਪੇਸ਼ ਕੀਤਾ ਗਿਆ ਹੈ? ਉਹ ਇਸ਼ਕ ਮਜਾਜੀ ਤੋਂ ਲੈ ਕੇ ਭਾਵ ਦੁਨਿਆਵੀ ਪ੍ਰੇਮ ਤੋਂ ਸ਼ੁਰੂ ਕਰਕੇ ਇਸ ਦੁਨਿਆਵੀ ਵਸਤੂਆਂ ਦਾ ਜਿਹੜਾ ਪ੍ਰੇਮ ਹੈ, ਇਸ ਦੀ ਦੁਨਿਆਵੀ ਸੁੰਦਰਤਾ ਦਾ ਜਿਹੜਾ ਪ੍ਰੇਮ ਹੈ ਉਸ ਤੋਂ ਸ਼ੁਰੂਆਤ ਕਰਕੇ ਉਸ ਨੂੰ ਅਧਿਆਤਮ ਦੇ ਨਾਲ ਜੋੜ ਕੇ ਜਦੋਂ ਰਹੱਸਵਾਦ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਸੂਫੀ ਰਹੱਸਵਾਦ। ਤਾਂ ਇਹ ਜਿਹੜੀ ਪੇਸ਼ਕਾਰੀ ਹੈ ਗਜ਼ਲ ਦੇ ਵਿੱਚ ਇਸ ਤਰੀਕੇ ਦੇ ਨਾਲ ਹੋਈ ਹੈ ਕਿ ਦੁਨਿਆਵੀ ਜਿਹੜਾ ਪ੍ਰੇਮ ਹੈ ਉਸ ਦਾ ਸਹਾਰਾ ਲੈਂਦੇ ਹੋਏ ਉਸ ਪਰਮਾਤਮਾ ਦੇ ਪ੍ਰੇਮ ਨੂੰ ਗਜ਼ਲ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਸ ਨੂੰ ਅਸੀਂ ਕਹਿੰਦੇ ਹਾਂ ਸੂਫੀ ਰਹੱਸਵਾਦ। ਤੀਜੀ ਵਿਸ਼ੇਸ਼ਤਾ ਜਿਹੜੀ ਡਾਕਟਰ ਦੀਵਾਨ ਸਿੰਘ ਦੱਸਦੇ ਹਨ ਗਜ਼ਲ ਦੀ, ਉਹ ਇਹ ਹੈ ਕਿ ਅਸ਼ਲੀਲ ਵਿਚਾਰਾਂ ਤੋਂ ਸੰਕੋਚ ਕੀਤਾ ਗਿਆ ਹੈ। ਅਸ਼ਲੀਲ ਵਿਚਾਰਾਂ ਤੋਂ ਸੰਕੋਚ ਕਰਕੇ ਸੱਭਿਆ ਵਿਚਾਰਾਂ ਦੀ ਹੀ ਪੇਸ਼ਕਾਰੀ ਕੀਤੀ ਗਈ ਹੈ। ਇਸ ਦੇ ਲਈ ਇਹ ਇੱਕ ਨਿਯਮ ਵੀ ਰੱਖਿਆ ਗਿਆ ਹੈ ਕਿ ਸ਼ਬਦਾਵਲੀ ਹੈ ਜਿਹੜੀ ਉਹ ਪੁਲਿੰਗ ਪ੍ਰਧਾਨ ਰੱਖੀ ਗਈ ਹੈ ਤੇ ਇਸਤਰੀ ਲਿੰਗ ਜਿਹੜੀ ਸ਼ਬਦਾਵਲੀ ਹੈ ਉਹ ਇਸ ਦੇ ਵਿੱਚ ਨਹੀਂ ਵਰਤੀ ਗਈ ਤਾਂ ਕਿ ਜਿਹੜੀ ਗਜ਼ਲ ਦੀ ਕੋਮਲਤਾ ਹੈ ਉਹ ਭੰਗ ਨਾ ਹੋਵੇ। ਅਸ਼ਲੀਲ ਵਿਚਾਰਾਂ ਤੋਂ ਸੰਕੋਚ ਕਰਕੇ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਵਿਸ਼ੇਸ਼ਤਾ ਉਹਨਾਂ ਨੇ ਦੱਸੀ ਹੈ ਉਹ ਇਹ ਹੈ ਬਿਆਨ ਦੀ ਨਵੀਨਤਾ, ਮੌਲਿਕਤਾ ਤੇ ਰੋਚਕਤਾ। ਬਿਆਨ ਦੀ ਨਵੀਨਤਾ ਤੋਂ ਭਾਵ ਹੈ ਕਿ ਜੋ ਚੀਜ਼ ਪਹਿਲਾਂ ਪੇਸ਼ ਕੀਤੀ ਜਾ ਚੁੱਕੀ ਹੈ ਉਸ ਦੀ ਪੇਸ਼ਕਾਰੀ ਦਾ ਢੰਗ ਹੈ ਜਿਹੜਾ ਉਹ ਨਵਾਂ ਹੋਵੇ। ਪੇਸ਼ਕਾਰੀ ਦਾ ਢੰਗ ਨਵਾਂ ਹੋਵੇ। ਜਿਵੇਂ ਕਈ ਵਾਰ ਦੁਕਾਨਦਾਰ ਜਾਂ ਫੈਕਟਰੀ ਇੰਨਾ ਸਮਾਨ ਬਣਾ ਲੈਂਦੀ ਹੈ ਕਿ ਉਹ ਵਿਕਦਾ ਨਹੀਂ ਤਾਂ ਫਿਰ ਉਸ ਨੂੰ ਦੁਬਾਰਾ ਤੋਂ ਜਦੋਂ ਵੇਚਣਾ ਹੁੰਦਾ ਹੈ ਤਾਂ ਉਸ ਦੀ ਦੁਬਾਰਾ ਪੈਕਿੰਗ ਕਰ ਲਈ ਜਾਂਦੀ ਹੈ। ਇਹ ਦੁਬਾਰਾ ਪੈਕਿੰਗ ਕਰਨੀ ਇਸੇ ਤਰੀਕੇ ਦੇ ਨਾਲ ਅਸੀਂ ਗਜ਼ਲ ਦੇ ਵਿੱਚ ਜਿਹੜੀ ਬਿਆਨ ਦੀ ਨਵੀਨਤਾ ਕਿ ਵਿਚਾਰ ਚਾਹੇ ਨਵਾਂ ਨਹੀਂ ਹੈ ਪਰ ਉਸ ਦੀ ਜਿਹੜੀ ਪੇਸ਼ਕਾਰੀ ਦਾ ਢੰਗ ਹੈ ਉਹ ਨਵਾਂ ਹੋਵੇ। ਉਸ ਨੂੰ ਪੇਸ਼ ਕਰਨ ਦਾ, ਸਰੋਤੇ ਦੇ ਸਾਹਮਣੇ ਰੱਖਣ ਦਾ ਜਿਹੜਾ ਢੰਗ ਹੈ ਉਹ ਨਵਾਂ ਹੋਵੇ। ਮੌਲਿਕਤਾ ਵੀ ਹੋਣੀ ਚਾਹੀਦੀ ਹੈ, ਭਾਵ ਜੋ ਵਿਚਾਰ ਪਹਿਲਾਂ ਨਹੀਂ ਪੇਸ਼ ਹੋਏ ਉਹਨਾਂ ਨੂੰ ਪੇਸ਼ ਕੀਤਾ ਜਾਵੇ ਤੇ ਰੌਚਕਤਾ ਹੋਣੀ ਚਾਹੀਦੀ ਹੈ ਉਸ ਦੇ ਵਿੱਚ ਜੋ ਵਿਸ਼ਾ ਵਸਤੂ ਪੇਸ਼ ਕੀਤਾ ਜਾ ਰਿਹਾ ਹੈ। ਤਕਨੀਕ ਦੀ ਨਿਪੁੰਨਤਾ। ਗਜ਼ਲ ਦੀ ਇੱਕ ਵਿਸ਼ੇਸ਼ ਤਕਨੀਕ ਹੈ ਉਸ ਨੂੰ ਲਿਖਣ ਦੀ ਤੇ ਉਸ ਤਕਨੀਕ ਦੇ ਵਿੱਚ ਲਿਖਣ ਵਾਲਾ ਗਜ਼ਲਕਾਰ ਹੈ ਜਿਹੜਾ ਉਹ ਨਿਪੁੰਨ ਹੋਣਾ ਚਾਹੀਦਾ ਹੈ। ਉਸ ਤਕਨੀਕ ਦੀ ਅਗਰ ਉਸ ਨੂੰ ਪੂਰੀ ਜਾਣਕਾਰੀ ਹੋਊਗੀ ਫਿਰ ਹੀ ਉਹ ਵਿਸ਼ੇ ਦਾ ਨਿਭਾਅ ਵਧੀਆ ਤਰੀਕੇ ਦੇ ਨਾਲ ਕਰ ਪਾਊਗਾ। ਇਹ ਗਜ਼ਲ ਦੀ ਜਿਹੜੀ ਪੰਜਵੀਂ ਵਿਸ਼ੇਸ਼ਤਾ ਹੈ ਡਾਕਟਰ ਦੀਵਾਨ ਸਿੰਘ ਨੇ ਦੱਸੀ ਹੈ। ਤੇ ਜਿਹੜੀ ਆਖਰੀ ਹੈ ਉਹ ਇਹ ਹੈ ਕਿ ਸਮੁੱਚੀ ਗਜ਼ਲ ਪਰੰਪਰਾ ਦਾ ਗਿਆਨ ਹੋਣਾ ਚਾਹੀਦਾ ਹੈ। ਗਜ਼ਲਕਾਰ ਨੂੰ, ਗਜ਼ਲ ਲਿਖਣ ਵਾਲੇ ਨੂੰ, ਗਜ਼ਲਗੋ ਨੂੰ ਜਿਹੜੀ ਸਮੁੱਚੀ ਪਰੰਪਰਾ ਭਾਵ ਪਹਿਲਾਂ ਤੋਂ ਜੋ ਗਜ਼ਲ ਲਿਖੀ ਗਈ ਹੈ ਉਸ ਦੀ ਸ਼ੁਰੂਆਤ ਤੋਂ ਲੈ ਕੇ ਉਸ ਦਾ ਨਿਕਾਸ ਵਿਕਾਸ ਕਿਸ ਤਰੀਕੇ ਨਾਲ ਹੁੰਦਾ ਆਇਆ ਹੈ ਉਸ ਦੀ ਪੂਰੀ ਜਾਣਕਾਰੀ ਹੋਵੇ। ਉਸ ਦੇ ਨਾਲ ਉਸ ਨੂੰ ਗਜ਼ਲ ਦੀ ਜਿਹੜੀ ਸਾਰੀ ਜਾਣਕਾਰੀ ਹੈ, ਸਾਰੀ ਪਰੰਪਰਾ ਹੈ ਉਸ ਦਾ ਗਿਆਨ ਹੋ ਜਾਊਗਾ ਤੇ ਉਹ ਵੀ ਵਧੀਆ ਗਜ਼ਲ ਲਿਖ ਪਾਊਗਾ। ਇਹ 6 ਵਿਸ਼ੇਸ਼ਤਾਵਾਂ ਡਾਕਟਰ ਦੀਵਾਨ ਸਿੰਘ ਨੇ ਗਜ਼ਲ ਦੀਆਂ ਦੱਸੀਆਂ ਹਨ। ਹੁਣ ਅਸੀਂ ਕੁਝ ਗੱਲਾਂ ਕਰਦੇ ਹਾਂ ਗਜ਼ਲ ਦੇ ਪ੍ਰਕਾਰ ਦੀਆਂ। 2 ਪ੍ਰਕਾਰ ਦੀ ਗਜ਼ਲ ਹੈ ਜਿਹੜੀ ਉਹ ਗਿਣੀ ਜਾਂਦੀ ਹੈ, ਇੱਕ ਤਾਂ ਮੁਸਲਸਲ ਤੇ ਇੱਕ ਗੈਰ ਮੁਸਲਸਲ।
ਪੂਰੀ ਗਜ਼ਲ ਦੇ ਵਿੱਚ ਜਿਹੜੇ ਸ਼ੇਅਰ ਲਿਖੇ ਗਏ ਹਨ ਉਹਨਾਂ ਦਾ ਅਗਰ ਆਪਸ ਵਿੱਚ ਇੱਕੋ ਹੀ ਕੇਂਦਰੀ ਭਾਵ ਹੈ, ਸਾਰੀ ਗਜ਼ਲ ਦਾ ਜਿਹੜੇ ਉਸ ਦੇ ਵਿੱਚ ਸ਼ੇਅਰ ਪੇਸ਼ ਕੀਤੇ ਗਏ ਹਨ ਉਹਨਾਂ ਦਾ ਇੱਕੋ ਹੀ ਭਾਵ ਹੈ, ਭਾਵ ਉਹਨਾਂ ਦਾ ਜਿਹੜਾ ਕੇਂਦਰੀ ਭਾਵ ਹੈ ਉਸ ਦੇ ਵਿੱਚ ਪੇਸ਼ ਕੀਤੀ ਗਈ ਵਿਸ਼ਾ ਵਸਤੂ ਹੈ ਉਹ ਇੱਕ ਹੀ ਹੈ ਭਾਵ ਦੇ ਤੌਰ ਤੇ, ਤਾਂ ਅਸੀਂ ਉਸ ਨੂੰ ਕਹਿੰਦੇ ਆ ਗਜ਼ਲ ਮੁਸਲਸਲ, ਭਾਵ ਉਹਦੇ ਵਿੱਚ ਇੱਕੋ ਹੀ ਭਾਵ ਪੇਸ਼ ਕੀਤਾ ਗਿਆ ਹੈ। ਤੇ ਜੇ ਹਰੇਕ ਸ਼ੇਅਰ ਦਾ ਭਾਵ ਵੱਖਰਾ ਵੱਖਰਾ ਹੈ, ਇੱਕ ਸ਼ੇਅਰ ਦਾ ਭਾਵ ਦੂਜੇ ਸ਼ੇਅਰ ਦੇ ਨਾਲ ਨਹੀਂ ਜੁੜਦਾ, ਤਾਂ ਉਸ ਗਜ਼ਲ ਨੂੰ ਕਿਹਾ ਜਾਂਦਾ ਹੈ ਗੈਰ ਮੁਸਲਸਲ। ਜਿਹੜੀ ਗਜ਼ਲ ਦੇ ਸ਼ੇਅਰ ਵੱਖ-ਵੱਖ ਹੋਣ ਤੇ ਉਹਨਾਂ ਦੇ ਭਾਵ ਵੱਖ-ਵੱਖ ਹੋਣ, ਉਹਨਾਂ ਦਾ ਇੱਕ ਦੂਜੇ ਦੇ ਨਾਲ ਭਾਵ ਨਾ ਜੁੜੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਗੈਰ ਮੁਸਲਸਲ ਗਜ਼ਲ। ਇਹ ਦੋ ਪ੍ਰਕਾਰ ਦੀ ਹੁੰਦੀ ਹੈ, ਜਦੋਂ ਭਾਵ ਇੱਕ ਦੂਜੇ ਨਾਲ ਜੁੜਦਾ ਹੈ ਸ਼ੇਅਰਾਂ ਦਾ ਮੁਸਲਸਲ, ਜਦੋਂ ਨਹੀਂ ਜੁੜਦਾ ਗੈਰ ਮੁਸਲਸਲ। ਜਿਹੜਾ ਗਜ਼ਲਾਂ ਦਾ ਸੰਗ੍ਰਹਿ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਦੀਵਾਨ। ਬਹੁਤ ਸਾਰੀਆਂ ਗਜ਼ਲਾਂ ਲਿਖੀਆਂ ਹੋਈਆਂ ਹੈ, ਜਿਵੇਂ ਕਵਿਤਾਵਾਂ ਦਾ ਸੰਗ੍ਰਹਿ ਹੁੰਦਾ ਹੈ ਉਸੇ ਤਰੀਕੇ ਨਾਲ ਗਜ਼ਲਾਂ ਦਾ ਸੰਗ੍ਰਹਿ ਹੈ ਜਿਹੜਾ ਉਸ ਨੂੰ ਕਿਹਾ ਜਾਂਦਾ ਹੈ ਦੀਵਾਨ। ਇਹ ਤਿੰਨ ਗੱਲਾਂ ਅਸੀਂ ਯਾਦ ਰੱਖਣੀਆਂ ਹੈ ਗਜ਼ਲ ਦੇ ਬਾਰੇ। ਅਸੀਂ ਹੁਣ ਗਜ਼ਲ ਦੀ ਤਕਨੀਕ ਦੀ ਗੱਲ ਕਰਦੇ ਹਾਂ ਕਿ ਕਿਹੜੀ ਤਕਨੀਕੀ ਸ਼ਬਦਾਵਲੀ ਦਾ ਸਾਨੂੰ ਇਸ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਹੈ ਜਿਹੜੀ ਸ਼ੇਅਰਾਂ ਦੀ ਗਿਣਤੀ ਹੈ ਉਹ 5 ਤੋਂ ਲਾ ਕੇ ਤੇ 17 ਤੱਕ ਹੋ ਸਕਦੀ ਹੈ। ਇਹ ਜੇ ਕਲੀ ਹੀ ਹੋਵੇ, ਜੋਟਾ ਨਾ ਹੋਵੇ, ਭਾਵ ਇਹ ਸਮ ਸੰਖਿਆ ਨਹੀਂ ਹੋਣੀ ਚਾਹੀਦੀ, ਇਹ ਸੰਖਿਆ ਇਸ ਪ੍ਰਕਾਰ ਦੇ ਨਾਲ ਹੋਣੀ ਚਾਹੀਦੀ ਹੈ 5 9 11 13 15 17, ਇਸ ਪ੍ਰਕਾਰ ਦੀ ਗਿਣਤੀ ਇਹ ਹੋਣੀ ਚਾਹੀਦੀ ਹੈ। ਇਹ ਤਾਂ ਹੋ ਗਈ ਸ਼ੇਅਰਾਂ ਦੀ ਗਿਣਤੀ ਕਿ 5 ਤੋਂ ਲੈ ਕੇ ਤੇ 17 ਤੱਕ ਦੀ ਜਿਹੜੇ ਸ਼ੇਅਰ ਹੈ ਉਹ ਗਜ਼ਲ ਦੇ ਵਿੱਚ ਆ ਸਕਦੇ ਹਨ। ਹੁਣ ਮਿਸਰਾ ਕੀ ਹੈ? ਗਜ਼ਲ ਦੀ ਜਿਹੜੀ ਤੁਕ ਹੈ ਉਸ ਨੂੰ ਮਿਸਰਾ ਕਿਹਾ ਜਾਂਦਾ ਹੈ। ਗਜ਼ਲ ਦੀ ਤੁਕ, ਇੱਕ ਤੁਕ ਨੂੰ ਮਿਸਰਾ ਕਿਹਾ ਜਾਂਦਾ ਹੈ। ਤੇ ਜਿਹੜਾ ਸ਼ੇਰ ਹੈ ਉਹ ਦੋ ਮਿਸਰਿਆਂ ਦੇ ਨਾਲ ਬਣ ਕੇ ਬਣਦਾ ਹੈ, ਦੋ ਮਿਸਰੇ ਮਿਲ ਕੇ ਤੇ ਇੱਕ ਸ਼ੇਰ ਬਣ ਜਾਂਦਾ ਹੈ। ਤੇ ਸ਼ੇਰਾਂ ਦੀ ਗਿਣਤੀ ਆਪਾਂ 5 ਤੋਂ 17 ਤੱਕ ਲਿਖ ਲਈ ਹੈ। ਮਤਲਾ ਕੀ ਹੈ ਤੇ ਮਕਤਾ ਕੀ ਹੈ, ਇਹਨਾਂ ਦੀ ਗੱਲ ਕਰਦੇ ਹਾਂ। ਗਜ਼ਲ ਦਾ ਜਿਹੜਾ ਪਹਿਲਾ ਸ਼ੇਰ ਹੁੰਦਾ ਹੈ, ਪਹਿਲਾ, ਉਸ ਨੂੰ ਕਹਿੰਦੇ ਹੈ ਮਤਲਾ, ਪਹਿਲੇ ਸ਼ੇਰ ਨੂੰ। ਤੇ ਜਿਹੜਾ ਆਖਰੀ ਸ਼ੇਰ ਹੁੰਦਾ ਹੈ ਗਜ਼ਲ ਦਾ, ਜਿਸ ਦੇ ਵਿੱਚ ਕਵੀ ਆਪਣਾ ਤਖੱਲਸ ਵਰਤਦਾ ਹੈ, ਤਖੱਲਸ ਭਾਵ ਉਪਨਾਮ ਜੋ ਉਸਨੇ ਆਪਣਾ ਰੱਖਿਆ ਹੁੰਦਾ ਹੈ ਉਸ ਦੀ ਵਰਤੋਂ ਕਰਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਮਕਤਾ। ਇਹ ਹੁੰਦਾ ਹੈ ਆਖਰੀ ਸ਼ੇਰ ਗਜ਼ਲ ਦਾ। ਕਾਫੀਆ ਰਦੀਫ ਕੀ ਹੈ? ਜਿਹੜਾ ਅਸੀਂ ਛੰਦ ਦੇ ਵਿੱਚ ਪੜ੍ਹਿਆ ਸੀ ਤੁਕਾਂਤ ਮੇਲ, ਆਖਰੀ ਸ਼ਬਦਾਂ ਦਾ ਮਿਲਣਾ, ਉਚਾਰਨ ਦੀ ਦ੍ਰਿਸ਼ਟੀ ਤੋਂ ਸਮਾਨ ਹੋਣ, ਉਸ ਨੂੰ ਅਸੀਂ ਕਹਿੰਦੇ ਹਾਂ ਕਾਫੀਆ। ਤੇ ਕਾਫੀਆ ਰਦੀਫ ਗਜ਼ਲ ਦੇ ਵਿੱਚ ਦੋਵੇਂ ਪਾਏ ਜਾਂਦੇ ਹਨ। ਇਹਨਾਂ ਦੀ ਅਸੀਂ ਗੱਲ ਕਰਾਂਗੇ ਉਦਾਹਰਨ ਦੇ ਰਾਹੀਂ, ਕਿਹੜਾ ਕਾਫੀਆ ਹੁੰਦਾ ਹੈ ਤੇ ਕਿਹੜਾ ਰਦੀਫ ਹੁੰਦਾ ਹੈ। ਦੋਵੇਂ ਵੀ ਆ ਜਾਂਦੇ ਹਨ ਤੇ ਕਈ ਵਾਰ ਗਜ਼ਲ ਦਾ ਜਿਹੜਾ ਸ਼ੇਰ ਦਾ ਅੰਤ ਹੈ ਉਹ ਕਾਫੀਏ ਦੇ ਨਾਲ ਹੀ ਹੋ ਜਾਂਦਾ ਹੈ। ਇਹ ਉਦਾਹਰਨ ਦੇ ਰਾਹੀਂ ਹੀ ਸਾਨੂੰ ਸਮਝ ਆਊਗਾ ਤੇ ਇਹਦੀ ਅਸੀਂ ਗੱਲ ਕਰਾਂਗੇ ਉਦਾਹਰਨ ਦੇ ਨਾਲ। ਤੇ ਗਜ਼ਲ ਦਾ ਜਿਹੜਾ ਸਾਰਿਆਂ ਤੋਂ ਵਧੀਆ ਸ਼ੇਰ ਹੁੰਦਾ ਹੈ ਉਸ ਨੂੰ ਕਹਿੰਦੇ ਹਨ ਸ਼ਾਹ ਬੈਂਤ। ਜਿਹੜਾ ਗਜ਼ਲ ਦਾ ਸਭ ਤੋਂ ਵਧੀਆ ਸ਼ੇਰ ਹੋਊਗਾ ਉਸ ਨੂੰ ਕਿਹਾ ਜਾਂਦਾ ਹੈ ਸ਼ਾਹ ਬੈਂਤ। ਇਹ ਗਜ਼ਲ ਦੀ ਤਕਨੀਕੀ ਸ਼ਬਦਾਵਲੀ ਹੈ ਤੇ ਇਸ ਦੀ ਅਸੀਂ ਉਦਾਹਰਨ ਦੇ ਰਾਹੀਂ ਗੱਲ ਕਰਦੇ ਹਾਂ ਕਿ ਕਿਹੜਾ ਮਤਲਾ ਕਿੱਥੇ ਆਇਆ ਹੈ, ਮਕਤਾ ਕਿੱਥੇ ਆਇਆ ਹੈ। ਹੁਣ ਆਪਾਂ ਉਦਾਹਰਨ ਲੈਂਦੇ ਹਾਂ। ਜੇਕਰ ਹਬੀਬ ਚੰਗੇ ਤਾਂ ਫਿਰ ਨਸੀਬ ਚੰਗੇ। ਹਬੀਬ ਹੁੰਦੇ ਹੈ ਪਿਆਰਾ, ਹਬੀਬ ਦਾ ਅਰਥ ਹੈ ਪਿਆਰਾ, ਤੇ ਇੱਥੇ ਅਰਥ ਹੋ ਗਿਆ ਜੇਕਰ ਹਬੀਬ ਚੰਗੇ ਤਾਂ ਫਿਰ ਨਸੀਬ ਚੰਗੇ। ਜੇ ਸਾਡੇ ਪਿਆਰੇ, ਸਾਡੇ ਚਾਹੁਣ ਵਾਲੇ ਚੰਗੇ ਹਨ ਤਾਂ ਫਿਰ ਸਾਡੇ ਨਸੀਬ ਵੀ ਚੰਗੇ ਹਨ। ਤੂੰ ਕਰਨਾ ਦੂਰ ਸਾਨੂੰ ਆਪਾਂ ਕਰੀਬ ਚੰਗੇ, ਧੰਨਵਾਨ ਤੋਂ ਕੀ ਲੈਣਾ ਹੈ ਸਾਨੂੰ ਗਰੀਬ ਚੰਗੇ। ਚਾਨਣ ਜੋ ਵੰਡਦੇ ਹਨ ਉਹ ਹਨ ਅਦੀਬ ਚੰਗੇ। ਅਦੀਬ ਹੁੰਦਾ ਹੈ ਸਾਹਿਤ ਲਿਖਣ ਵਾਲਾ, ਸਾਹਿਤਕਾਰ। ਜੋ ਚਾਨਣ ਵੰਡਦੇ ਹਨ ਉਹ ਅਦੀਬ ਚੰਗੇ ਹਨ। ਮੈਂ ਮਿਟ ਗਿਆ ਤੂੰ ਕਹਿਣਾ ਤੇਰੇ ਨਸੀਬ ਚੰਗੇ। ਦੁੱਖ ਵਿੱਚ ਮਨਾਉਣ ਸੁਖ ਜੋ ਸਾਥੋਂ ਗਰੀਬ ਚੰਗੇ। ਨਿਰਮਲ ਜੋ ਵਸਲ ਮਾਨਣ ਸਾਥੋਂ ਰਕੀਬ ਚੰਗੇ। ਰਕੀਬ ਹੁੰਦੇ ਹਨ ਵੈਰੀ ਜਾਂ ਦੁਸ਼ਮਣ।
ਹੁਣ ਇਹ ਤਾਂ ਸੀ ਸ਼ਬਦ ਅਰਥਾਂ ਦੀ ਗੱਲ। ਹੁਣ ਅਸੀਂ ਇਸ ਦੇ ਵਿੱਚ ਮਤਲਾ ਦੇਖਦੇ ਹਾਂ, ਮਕਤਾ ਦੇਖਦੇ ਹਾਂ ਤੇ ਅਸੀਂ ਦੇਖਦੇ ਹਾਂ ਮਿਸਰਾ। ਸ਼ੇਰ ਦਾ ਜਿਹੜਾ ਇੱਕ ਤੁਕ ਹੁੰਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਮਿਸਰਾ, ਭਾਵ ਇਹ ਮਿਸਰਾ ਹੈ। ਜੇਕਰ ਹਬੀਬ ਚੰਗੇ, ਇਹ ਮਿਸਰਾ ਹੋ ਗਿਆ। ਇਹ ਪੂਰਾ ਹੋ ਗਿਆ ਇੱਥੇ। ਤਾਂ ਫਿਰ ਨਸੀਬ ਚੰਗੇ। ਤੇ ਜਿਹੜਾ ਮਤਲਾ ਹੁੰਦਾ ਹੈ ਉਹਦੀ ਨਿਸ਼ਾਨੀ ਇੱਕ ਹੋਰ ਹੁੰਦੀ ਹੈ ਮਤਲੇ ਦੀ, ਕਿ ਉਸ ਦੇ ਵਿੱਚ ਜਿਹੜਾ ਕਾਫੀਆ ਹੈ ਉਹ ਮਿਲਦਾ ਹੁੰਦਾ ਹੈ। ਕਾਫੀਆ ਤੋਂ ਭਾਵ ਹੁੰਦਾ ਹੈ ਉਚਾਰਨ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦਾ ਸਮਾਨ ਹੋਣਾ। ਜਿਵੇਂ ਚੰਗੇ ਚੰਗੇ, ਉਸ ਦੇ ਵਿੱਚ ਜਿਹੜਾ ਮਤਲਾ ਹੁੰਦਾ ਹੈ ਉਸ ਦੇ ਵਿੱਚ ਇੱਕੋ ਹੀ ਸ਼ਬਦ ਆਉਂਦਾ ਹੈ। ਚੰਗੇ ਚੰਗੇ ਸ਼ਬਦ ਇਸ ਦੇ ਵਿੱਚ ਆਇਆ ਹੈ। ਦੋਨਾਂ ਮਿਸਰਿਆਂ ਦੇ ਵਿੱਚ ਆਊਗਾ, ਦੋਨਾਂ ਤੁਕਾਂ ਦੇ ਵਿੱਚ ਆਊਗਾ। ਜਦੋਂ ਕਿ ਜਿਹੜੇ ਦੂਜੇ ਸ਼ੇਰ ਹੋਣਗੇ ਉਹਨਾਂ ਦਾ ਜਿਹੜਾ ਆਖਰੀ ਮਿਸਰਾ ਹੋਊਗਾ ਉਹ ਮਿਲਣਗੇ। ਜਦੋਂ ਕਿ ਮਤਲੇ ਦੇ ਵਿੱਚ ਦੋਨਾਂ ਜਿਹੜੀਆਂ ਪੰਗਤੀਆਂ ਹਨ, ਦੋਨੇ ਜਿਹੜੇ ਮਿਸਰੇ ਹਨ, ਉਹਨਾਂ ਦਾ ਤੁਕਾਂਤ ਮੇਲ ਹੋਊਗਾ, ਉਹਨਾਂ ਦਾ ਕਾਫੀਆ ਹੈ ਜਿਹੜਾ ਇੱਕੋ ਜਿਹਾ ਹੋਊਗਾ। ਜਿਵੇਂ ਚੰਗੇ ਇੱਥੇ ਵੀ ਆਇਆ ਤੇ ਇੱਥੇ ਵੀ ਆਇਆ ਹੈ। ਇਹ ਸਿਰਫ ਮਤਲਾ ਦੇ ਵਿੱਚ ਹੀ ਹੋਣਗੇ। ਦੋਨਾਂ ਜਿਹੜੀਆਂ ਤੁਕਾਂ ਹਨ, ਦੋ ਪੰਗਤੀਆਂ ਹਨ, ਦੋ ਮਿਸਰੇ ਹਨ, ਇਹਨਾਂ ਦਾ ਜਿਹੜਾ ਹੈ ਕਾਫੀਆ ਉਹ ਮਿਲਦਾ ਜੁਲਦਾ ਹੋਊਗਾ। ਜਦੋਂ ਕਿ ਜਿਹੜੇ ਦੂਜੇ ਸ਼ੇਰ ਹੋਣਗੇ ਉਹਨਾਂ ਦੇ ਵਿੱਚ ਇੱਕ ਪੰਕਤੀ ਦਾ ਹੀ ਮਿਲੂਗਾ, ਦੂਜੀ ਪੰਕਤੀ ਦਾ ਇਸ ਦੇ ਵਿੱਚ ਨਹੀਂ ਮਿਲ ਰਿਹਾ ਤੇ ਇਸ ਦੇ ਵਿੱਚ ਮਿਲ ਰਿਹਾ ਹੈ। ਹੁਣ ਕਾਫੀਆ ਕੀ ਹੈ ਤੇ ਰਦੀਫ ਕੀ ਹੈ, ਇਸ ਨੂੰ ਸਮਝ ਲੈਂਦੇ ਹਾਂ। ਪਹਿਲਾਂ ਤਾਂ ਅਸੀਂ ਸਮਝਦੇ ਹਾਂ ਗਜ਼ਲ ਦੀ ਤਕਨੀਕ ਦੇ ਵਿੱਚ, ਤੇ ਫਿਰ ਅਸੀਂ ਇਸ ਨੂੰ ਸਮਝਾਂਗੇ ਕਿ ਇਸ ਨੂੰ ਯਾਦ ਕਿਵੇਂ ਰੱਖਿਆ ਜਾਵੇ। ਕਿਉਂਕਿ ਕਾਫੀਆ ਰਦੀਫ ਹੈ ਜਿਹੜੇ ਉਹ ਬਹੁਤੇ ਸਾਰੇ ਵਿਦਿਆਰਥੀ ਭੁੱਲ ਜਾਂਦੇ ਹਨ, ਉਹਨਾਂ ਨੂੰ ਯਾਦ ਰੱਖਣ ਦੇ ਵਿੱਚ ਇਹ ਦਿੱਕਤ ਆਉਂਦੀ ਹੈ। ਤੇ ਆਪਾਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਇੱਕ ਸਮਝ ਲੈਂਦੇ ਹਾਂ। ਹੁਣ ਜਿਵੇਂ ਇੱਥੇ ਆ ਰਿਹਾ ਹੈ ਚੰਗੇ ਚੰਗੇ, ਇੱਥੇ ਵੀ ਫੇਰ ਚੰਗੇ ਆ ਰਿਹਾ ਹੈ, ਫੇਰ ਚੰਗੇ ਆ ਰਿਹਾ ਹੈ। ਤਾਂ ਇੱਕ ਜਿਹੜਾ ਸ਼ਬਦ ਹੈ ਉਹ ਇੱਥੇ ਆ ਰਿਹਾ ਹੈ ਕਾਫੀਏ ਦੇ ਤੌਰ ਤੇ ਚੰਗੇ। ਚੰਗੇ ਸ਼ਬਦ ਹੈ ਜਿਹੜਾ ਉਹ ਕਾਫੀਏ ਦੇ ਤੌਰ ਤੇ ਆ ਰਿਹਾ ਹੈ। ਤੇ ਉਸ ਤੋਂ ਪਹਿਲਾਂ ਵਾਲਾ ਸ਼ਬਦ ਹੈ ਜਿਹੜਾ ਨਸੀਬ, ਕਰੀਬ, ਗਰੀਬ, ਅਦੀਬ, ਨਸੀਬ ਤੇ ਫਿਰ ਗਰੀਬ ਆਇਆ ਇੱਥੇ ਤੇ ਰਕੀਬ ਆਇਆ। ਇਹ ਸ਼ਬਦ ਤਾਂ ਹੈ ਕਾਫੀਆ। ਤੇ ਚੰਗੇ ਸ਼ਬਦ ਹੈ ਜਿਹੜਾ ਉਹ ਰਦੀਫ ਦੇ ਵਿੱਚ ਆਇਆ ਹੈ। ਕਾਫੀਆ ਮੈਂ ਇੱਥੇ ਦੋ ਸ਼ਬਦ ਲਿਖ ਦਿੰਦਾ ਹੈ, ਨਸੀਬ ਤੇ ਕਰੀਬ, ਇਹ ਤਾਂ ਹੈ ਕਾਫੀਆ। ਤੇ ਰਦੀਫ ਕਿਹੜਾ ਸ਼ਬਦ ਹੈ? ਚੰਗੇ। ਜਿਵੇਂ ਅਸੀਂ ਛੰਦ ਦੇ ਵਿੱਚ ਪੜ੍ਹਿਆ ਸੀ ਕਿ ਤੁਕਾਂਤ ਮੇਲ ਦੀ ਦ੍ਰਿਸ਼ਟੀ ਤੋਂ ਜਦੋਂ ਸ਼ਬਦ ਉਚਾਰਨ ਦੀ ਦ੍ਰਿਸ਼ਟੀ ਤੋਂ ਸਮਾਨ ਹੁੰਦੇ ਹਨ, ਆਖਰੀ ਸ਼ਬਦ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਤੁਕਾਂਤ ਮੇਲ। ਇੱਥੇ ਹੁਣ ਆਖਰੀ ਸ਼ਬਦ ਹੈ ਜਿਹੜਾ ਉਹ ਇੱਕੋ ਹੀ ਵਾਰ-ਵਾਰ ਰਿਪੀਟ ਹੋ ਰਿਹਾ ਹੈ, ਤਾਂ ਇਸ ਨੂੰ ਤਾਂ ਅਸੀਂ ਕਹਿੰਦੇ ਹਾਂ ਰਦੀਫ, ਜੋ ਕਿ ਕਾਫੀਏ ਤੋਂ ਬਾਅਦ ਆਉਂਦਾ ਹੈ। ਹਰੇਕ ਸ਼ੇਰ ਦੇ ਵਿੱਚ ਉਸੇ ਰੂਪ ਦੇ ਵਿੱਚ ਆਉਂਦਾ ਹੈ ਉਹੀ ਸ਼ਬਦ। ਤੇ ਜਿਹੜਾ ਤੁਕਾਂਤ ਮੇਲ ਯਾਨੀ ਕਿ ਉਚਾਰਨ ਦੀ ਦ੍ਰਿਸ਼ਟੀ ਤੋਂ ਸਮਾਨ ਹੈ, ਸ਼ਬਦ ਇੱਕੋ ਨਹੀਂ, ਜਿਵੇਂ ਨਸੀਬ, ਕਰੀਬ, ਗਰੀਬ, ਅਦੀਬ, ਸ਼ਬਦ ਇੱਕ ਨਹੀਂ ਹੈ ਪਰ ਉਚਾਰਨ ਦੀ ਦ੍ਰਿਸ਼ਟੀ ਤੋਂ ਮਿਲਦੇ ਜੁਲਦੇ ਹਨ। ਇੱਕੋ ਜੀ ਉਹਨਾਂ ਦੀ ਆਵਾਜ਼ ਹੈ ਜਿਹੜੀ ਅਖੀਰ ਵਾਲੀ ਹੈ। ਜਿਵੇਂ ਇਹਦੇ ਵਿੱਚ ਬਿਹਾਰੀ ਤੇ ਬੱਬਾ, ਫਿਰ ਬਿਹਾਰੀ ਤੇ ਬੱਬਾ, ਉਚਾਰਨ ਦੀ ਦ੍ਰਿਸ਼ਟੀ ਤੋਂ ਸਮਾਨ ਹਨ। ਤਾਂ ਇਹ ਤਾਂ ਹੈ ਕਾਫੀਆ। ਤੇ ਜੇ ਇੱਕ ਹੀ ਸ਼ਬਦ ਫਿਰ ਕਾਫੀਏ ਤੋਂ ਬਾਅਦ ਹਰੇਕ ਸ਼ੇਰ ਦੇ ਵਿੱਚ ਰਿਪੀਟ ਹੋ ਜਾਂਦਾ ਹੈ, ਦੁਬਾਰਾ ਆ ਜਾਂਦਾ ਹੈ, ਤਾਂ ਉਸ ਨੂੰ ਕਿਹਾ ਜਾਂਦਾ ਹੈ ਰਦੀਫ ਕਿਹਾ ਜਾਂਦਾ ਹੈ। ਹੁਣ ਇਸ ਨੂੰ ਯਾਦ ਰੱਖਣ ਲਈ ਰਦੀਫ ਤੇ ਰਦੀਫ ਬਣਿਆ ਹੈ ਰਾਰੇ ਤੋਂ, ਤੇ ਰਾਰੇ ਤੋਂ ਹੀ ਬਣੂਗਾ ਰਿਪੀਟ, ਅੰਗਰੇਜ਼ੀ ਦਾ ਸ਼ਬਦ, ਯਾਨੀ ਕਿ ਦੁਬਾਰਾ, ਬਾਰ-ਬਾਰ ਸ਼ਬਦ ਜਿਹੜਾ ਰਿਪੀਟ ਹੋ ਰਿਹਾ ਹੈ। ਇੱਕ ਗੱਲ ਇਹ ਯਾਦ ਰੱਖਣੀ ਹੈ ਕਿ ਗਜ਼ਲ ਦੇ ਵਿੱਚ ਕਾਫੀਏ ਦਾ ਆਉਣਾ ਤਾਂ ਜ਼ਰੂਰੀ ਹੈ। ਕਾਫੀਆ ਤਾਂ ਹਰੇਕ ਸ਼ੇਰ ਦੇ ਵਿੱਚ ਆਊ ਹੀ ਆਊਗਾ, ਰਦੀਫ ਦਾ ਹੋਣਾ ਜ਼ਰੂਰੀ ਨਹੀਂ। ਕਾਫੀਆ ਰਦੀਫ ਦੋਵੇਂ ਹੋ ਸਕਦੇ ਹਨ ਤੇ ਇਹ ਵੀ ਹੋ ਸਕਦਾ ਹੈ ਕਿ ਉਸ ਦੇ ਵਿੱਚ ਇਕੱਲਾ ਕਾਫੀਆ ਹੀ ਆਵੇ, ਰਦੀਫ ਨਾ ਆਵੇ। ਮੰਨ ਕੇ ਚੱਲੋ ਕਿ ਇਸ ਗਜ਼ਲ ਦੇ ਵਿੱਚ ਜਿਹੜੇ ਸ਼ੇਰ ਲਿਖੇ ਹਨ ਤੇ ਉਹਦੇ ਵਿੱਚ ਜਿਹੜੀ ਆਹ ਆਪਣੇ ਕੋਲੇ ਉਦਾਹਰਨ ਹਨ ਜਿੰਨੇ ਵੀ, ਇਹਨਾਂ ਦੇ ਵਿੱਚੋਂ ਇਸ ਪ੍ਰਕਾਰ ਦੇ ਨਾਲ ਆਇਆ ਹੁੰਦਾ ਕਿ ਇਸ ਦਾ ਅੰਤ ਇੱਥੇ ਹੀ ਹੋ ਗਿਆ ਹੁੰਦਾ, ਆਹ ਸ਼ਬਦ ਆਏ ਹੀ ਨਾ ਹੁੰਦੇ, ਇੱਥੇ ਚੰਗੇ ਸ਼ਬਦ ਇਸ ਦੇ ਵਿੱਚ ਆਇਆ ਹੀ ਨਾ ਹੁੰਦਾ। ਤਾਂ ਹੁਣ ਇੱਥੇ ਕੋਈ ਸ਼ਬਦ ਵਾਰ-ਵਾਰ ਰਿਪੀਟ ਨਹੀਂ ਹੋ ਰਿਹਾ, ਦੁਬਾਰਾ ਨਹੀਂ ਆ ਰਿਹਾ, ਇਕੱਲੇ ਉਚਾਰਨ ਦ੍ਰਿਸ਼ਟੀ ਤੋਂ ਹੀ ਸਮਾਨ ਸ਼ਬਦਾਂ ਦੇ ਨਾਲ ਸ਼ੇਰ ਦਾ ਅੰਤ ਹੋ ਰਿਹਾ ਹੈ। ਇਹ ਇੱਕ ਆਪਾਂ ਸਮਝਣ ਦੇ ਲਈ ਵਰਤ ਰਹੇ ਹਾਂ ਇਹ ਉਦਾਹਰਨ ਇਸ ਪ੍ਰਕਾਰ ਦੇ ਨਾਲ ਕਿ ਨਸੀਬ ਦੇ ਨਾਲ ਅੰਤ ਹੋ ਗਿਆ ਇੱਥੇ ਹੀ, ਇੱਥੇ ਕਰੀਬ ਦੇ ਨਾਲ ਹੋ ਗਿਆ, ਇੱਥੇ ਗਰੀਬ ਦੇ ਨਾਲ ਹੋ ਗਿਆ। ਤਾਂ ਇਹ ਸਿਰਫ ਫਿਰ ਇੱਥੇ ਕਾਫੀਆ ਹੀ ਆਇਆ ਹੈ,
ਇੱਥੇ ਰਦੀਫ ਨਹੀਂ ਆਇਆ। ਤੇ ਜੇ ਇਹੋ ਜਿਹਾ ਸ਼ਬਦ ਹੋਵੇ ਜਿਹੜਾ ਹਰੇਕ ਸ਼ੇਅਰ ਦੇ ਵਿੱਚ ਹੀ ਰਿਪੀਟ ਹੋ ਜੇ, ਦੁਬਾਰਾ ਆ ਜੇ, ਤਾਂ ਉਸ ਨੂੰ ਅਸੀਂ ਕਹਿੰਦੇ ਆ ਰਦੀਫ। ਤੇ ਇਸ ਨੂੰ ਯਾਦ ਰੱਖਣ ਦਾ ਇੱਕ ਢੰਗ ਇਹ ਵੀ ਹੈ ਕਿ ਕਾਫੀਆ ਹੈ ਜਿਹੜਾ ਉਹ ਪਹਿਲਾਂ ਆਉਂਦਾ ਹੈ ਤੇ ਰਦੀਫ ਉਸ ਤੋਂ ਬਾਅਦ ਦੇ ਵਿੱਚ ਆਉਂਦਾ ਹੈ। ਵੈਸੇ ਵੀ ਜਦੋਂ ਆਪਾਂ ਬੋਲਦੇ ਹਾਂ ਤਾਂ ਉਦੋਂ ਕਾਫੀਆ ਰਦੀਫ ਬੋਲਦੇ ਹਾਂ। ਤੇ ਜੇ ਫਿਰ ਵੀ ਆਪਾਂ ਨੂੰ ਯਾਦ ਨਾ ਰਵੇ ਤਾਂ ਕੱਕਾ ਹੈ ਜਿਹੜਾ ਉਹ ਵਰਨਮਾਲਾ ਦੇ ਵਿੱਚ ਪਹਿਲਾਂ ਆਉਂਦਾ ਹੈ ਤੇ ਰਾਰਾ ਹੈ ਉਹ ਵਰਨਮਾਲਾ ਦੇ ਵਿੱਚ ਬਾਅਦ ਦੇ ਵਿੱਚ ਆਉਂਦਾ ਹੈ। ਇਸੇ ਤਰੀਕੇ ਨਾਲ ਗਜ਼ਲ ਦੇ ਹਰੇਕ ਸ਼ੇਅਰ ਦੇ ਵਿੱਚ ਜਿਹੜਾ ਕਾਫੀਆ ਹੈ ਉਹ ਪਹਿਲਾਂ ਆਉਂਦਾ ਹੈ ਤੇ ਰਦੀਫ ਬਾਅਦ ਦੇ ਵਿੱਚ ਆਉਂਦਾ ਹੈ। ਤਾਂ ਇਹ ਹੋ ਗਈ ਗੱਲ ਕਾਫੀਆ ਤੇ ਰਦੀਫ ਦੀ। ਅਸੀਂ ਗੱਲ ਮਤਲੇ ਦੀ ਕਰ ਚੁੱਕੇ ਹਾਂ ਤੇ ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਨੀ ਹੈ ਮਕਤੇ ਦੀ। ਮਕਤਾ ਕਿਹੜਾ ਹੁੰਦਾ ਹੈ? ਗਜ਼ਲ ਦਾ ਆਖਰੀ ਸ਼ੇਰ ਹੁੰਦਾ ਹੈ ਜਿਹੜਾ, ਉਸ ਨੂੰ ਮਕਤਾ ਕਿਹਾ ਜਾਂਦਾ ਹੈ। ਤੇ ਇਸ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਕਵੀ ਹੈ ਜਿਹੜਾ ਆਪਣਾ ਉਹ ਤਖੱਲਸ ਹੈ ਜਿਹੜਾ ਉਹ ਵਰਤੇ, ਆਪਣਾ ਜਿਹੜਾ ਉਹ ਉਪਨਾਮ ਹੈ ਲਿਖਦਾ ਹੁੰਦਾ ਹੈ, ਉਹ ਵੀ ਇਸ ਸ਼ੇਰ ਦੇ ਵਿੱਚ ਹੀ ਆਉਂਦਾ ਹੈ ਅਗਰ ਜੇ ਉਸਨੇ ਵਰਤਿਆ ਹੋਵੇ ਤਾਂ। ਇਸ ਗਜ਼ਲ ਦੇ ਵਿੱਚ ਹੈ ਜਿਹੜਾ ਉਹ ਉਪਨਾਮ ਨਹੀਂ ਆਇਆ ਤਾਂ ਇਹ ਜ਼ਰੂਰੀ ਨਹੀਂ ਕਿ ਆਵੇ ਹੀ ਆਵੇ, ਪਰ ਜੇ ਉਹ ਆਪਣਾ ਉਪਨਾਮ ਲਿਖਦਾ ਹੈ ਤਾਂ ਉਹ ਇਸੇ ਦੇ ਵਿੱਚ ਹੀ ਹੁੰਦਾ ਹੈ। ਇਹ ਹੋ ਗਈ ਗੱਲ ਕਾਫੀਆ ਰਦੀਫ ਦੀ ਹੋ ਗਈ, ਮਤਲੇ ਦੀ ਹੋ ਗਈ, ਮਕਤੇ ਦੀ ਹੋ ਗਈ ਤੇ ਉਪਨਾਮ ਦੀ, ਤਖੱਲਸ ਦੀ ਹੋ ਗਈ। ਇਹ ਅਸੀਂ ਉਦਾਹਰਨਾਂ ਦੇ ਨਾਲ ਦੇਖ ਲਿਆ ਹੈ। ਤੇ ਹੁਣ ਅਸੀਂ ਦੇਖਦੇ ਹਾਂ ਸ਼ਾਹ ਬੈਂਤ, ਜਿਹੜਾ ਉਸ ਗਜ਼ਲ ਦਾ ਸਭ ਤੋਂ ਵਧੀਆ ਸ਼ੇਰ ਹੁੰਦਾ ਹੈ, ਉਸ ਨੂੰ ਸ਼ਾਹ ਬੈਂਤ ਕਿਹਾ ਜਾਂਦਾ ਹੈ। ਇਹਨਾਂ ਗੱਲਾਂ ਦੇ ਬਾਰੇ ਸਾਨੂੰ ਧਿਆਨ ਹੋਊਗਾ ਤਾਂ ਫਿਰ ਸਾਡਾ ਜਿਹੜਾ ਹੈ ਗਜ਼ਲ ਦੇ ਬਾਰੇ ਜਿਹੜੀ ਤਕਨੀਕੀ ਸ਼ਬਦਾਵਲੀ ਹੈ ਉਸ ਦੇ ਵਿੱਚ ਅਸੀਂ ਨਿਪੁੰਨ ਹੋ ਜਾਵਾਂਗੇ ਤੇ ਗਜ਼ਲ ਦੀ ਸਹੀ ਪਛਾਣ ਕਰਨੀ ਹੈ ਜਿਹੜੀ ਉਹ ਸਿੱਖ ਲਵਾਂਗੇ। ਗਜ਼ਲ ਦੀ ਇੱਕ ਵਿਸ਼ੇਸ਼ ਤਕਨੀਕ ਹੁੰਦੀ ਹੈ ਜਿਹੜੀ ਆਪਾਂ ਜਾਣਕਾਰੀ ਲੈ ਲਈ ਹੈ। ਤੇ ਗਜ਼ਲ ਇੱਕ ਰੂਪ ਪ੍ਰਧਾਨ ਵਿਧਾ ਹੈ ਤੇ ਇਸ ਵਿੱਚ ਬਿਆਨ ਦੀ ਮੌਲਿਕਤਾ, ਨਵੀਨਤਾ ਦਾ ਵਿਸ਼ੇਸ਼ ਮਹੱਤਵ ਹੈ। ਤੇ ਪ੍ਰੋਫੈਸਰ ਦੀਵਾਨ ਸਿੰਘ ਦੇ ਸ਼ਬਦਾਂ ਵਿੱਚ ਗਜ਼ਲ ਦਾ ਲਿਖਣ ਢੰਗ ਹੀ ਗਜ਼ਲ ਦੀ ਜਾਨ ਹੁੰਦਾ ਹੈ। ਆਪਾਂ 6 ਵਿਸ਼ੇਸ਼ਤਾਵਾਂ ਲਿਖੀਆਂ ਸੀ ਉੱਥੇ ਗਜ਼ਲ ਦੀਆਂ ਡਾਕਟਰ ਦੀਵਾਨ ਸਿੰਘ ਦੇ ਅਨੁਸਾਰ। ਉਹਨਾਂ ਵਿਸ਼ੇਸ਼ਤਾਵਾਂ ਨੂੰ ਅਪਣਾ ਕੇ ਅਗਰ ਗਜ਼ਲ ਲਿਖੀ ਜਾਵੇ ਤਾਂ ਗਜ਼ਲ ਦੀ ਜਿਹੜੀ ਤਕਨੀਕ ਹੈ, ਉਸ ਦਾ ਲਿਖਣ ਦਾ ਢੰਗ ਹੈ, ਉਹੀ ਗਜ਼ਲ ਦੀ ਜਾਨ ਹੁੰਦੀ ਹੈ। ਗਜ਼ਲ ਦੀ ਸੰਰਚਨਾ ਵਿੱਚ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਪਾਟ ਬਿਆਨ ਦੀ ਥਾਂ ਕਿਸੇ ਸੰਕੇਤ ਜਾਂ ਰਮਜ਼ ਦਾ ਹੋਣਾ ਜ਼ਰੂਰੀ ਹੈ। ਭਾਵ ਜਿਸ ਨੂੰ ਗੱਲ ਕਹੀ ਜਾਣੀ ਹੈ ਉਹ ਸਿੱਧੀ ਨਾ ਕਹਿ ਕੇ ਕਿਸੇ ਰਮਜ਼ ਦੇ ਰਾਹੀਂ, ਕਿਸੇ ਸੰਕੇਤ ਦੇ ਰਾਹੀਂ ਕਹੀ ਜਾਵੇ ਤਾਂ ਉਹ ਜਿਹੜੀ ਬਿਆਨੀ ਹੈ ਉਹ ਵਧੀਆ ਹੋ ਜਾਵੇਗੀ। ਰਮਜ਼ ਦਾ ਹੋਣਾ ਜ਼ਰੂਰੀ ਹੈ। ਜਿਵੇਂ ਜਿਹੜੀ ਗੱਲ ਹੈ ਉਹ ਇਸ਼ਕ ਮਜਾਜੀ ਦੀ ਵੀ ਹੋ ਸਕਦੀ ਹੈ ਤੇ ਉਹ ਇਸ਼ਕ ਹਕੀਕੀ ਦੀ ਵੀ ਹੋ ਸਕਦੀ ਹੈ। ਉਹ ਗੱਲ ਇੰਨੀ ਸਿੱਧੀ ਸਪਾਟ ਨਹੀਂ ਹੋਣੀ ਚਾਹੀਦੀ ਕਿ ਅਗਰ ਪੜ੍ਹਨ ਵਾਲੇ ਦਾ ਮਨ ਹੈ ਜਿਹੜਾ ਉਹ ਇਸ਼ਕ ਮਜਾਜੀ ਤੱਕ ਸੀਮਿਤ ਹੈ ਤਾਂ ਉਹ ਉਸ ਦੇ ਅਰਥ ਉਸ ਤੋਂ ਸਮਝੇ, ਤੇ ਜੇ ਉਸ ਦੇ ਹਕੀਕੀ ਅਰਥ ਉਹ ਕਰਨਾ ਚਾਹਵੇ ਤਾਂ ਉਹ ਹਕੀਕੀ ਅਰਥ ਵੀ ਉਸ ਗਜ਼ਲ ਦੇ ਵਿੱਚੋਂ ਮਿਲਣੇ ਚਾਹੀਦੇ ਹਨ। ਭਾਵ ਉਹ ਕਿਸੇ ਇੱਕ ਹੀ ਵਿਸ਼ੇ ਨੂੰ ਇੰਨਾ ਸਟੀਕ ਨਾ ਕਵੇ ਕਿ ਉੱਥੋਂ ਤੱਕ ਹੀ ਸੀਮਿਤ ਰਹਿ ਜਾਵੇ। ਉਸ ਦੇ ਵਿੱਚ ਰਮਜ਼ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਸੰਕੇਤ ਹੋਣਾ ਚਾਹੀਦਾ ਹੈ। ਇਸ ਵਿੱਚ ਰੰਗ ਬਿਆਨੀ 3 ਤਰੀਕਿਆਂ ਦੀ ਹੈ। ਪਹਿਲੀ ਹੈ ਸੂਫੀਆਨਾ ਤੇ ਦੂਜੀ ਹੈ ਆਸ਼ਿਕਾਨਾ। ਇਹ 3 ਤਰੀਕਿਆਂ ਦੀ ਰੰਗ ਬਿਆਨੀ ਹੈ ਜਿਹੜੀ ਉਹ ਗਜ਼ਲ ਦੇ ਵਿੱਚ ਕੀਤੀ ਜਾਂਦੀ ਹੈ। ਤੇ ਤੀਜੀ ਹੁੰਦੀ ਹੈ ਰਿੰਦਾਨਾ। ਰਿੰਦ ਸ਼ਬਦ ਜਿਹੜਾ ਸ਼ਰਾਬ ਲਈ ਹੁੰਦਾ ਹੈ, ਰਿੰਦਾਨਾ, ਕਿਉਂਕਿ ਫਾਰਸੀ ਜਿਹੜੀ ਗਜ਼ਲ ਹੈ ਉਸ ਦੇ ਵਿੱਚ ਨਸ਼ੇ ਵਾਲੀ ਸ਼ਬਦਾਵਲੀ ਵੀ ਖੂਬ ਵਰਤੀ ਗਈ ਹੈ। ਇਸ ਤੋਂ ਬਿਨਾਂ ਮੁਆਮਲਾਬੰਦੀ, ਭਾਵ ਜੋ ਵਿਸ਼ਾ ਵਸਤੂ ਚੁਣਿਆ ਗਿਆ ਹੈ ਉਸ ਦਾ ਨਿਭਾਅ ਵੀ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਹੋਵੇ। ਜੋ ਵਿਸ਼ਾ ਵਸਤੂ ਇਸ ਦੇ ਲਈ ਚੁਣਿਆ ਗਿਆ ਹੈ ਉਸ ਦਾ ਨਿਭਾਅ ਵੀ ਵਧੀਆ ਕੀਤਾ ਜਾਵੇ, ਇਹ ਮੁਆਮਲਾਬੰਦੀ ਹੈ। ਇਸ ਤੋਂ ਇਲਾਵਾ ਉਸ ਗਜ਼ਲ ਦੇ ਵਿੱਚ ਸ਼ੌਖੀ ਚੋਟ ਵਾਲੇ ਗੁਣ ਵੀ ਹੋਣੇ ਚਾਹੀਦੇ ਹਨ। ਸਮੁੱਚੇ ਰੂਪ ਵਿੱਚ ਆ ਸਕਦੇ ਹਾਂ ਕਿ ਪੰਜਾਬੀ ਸਾਹਿਤ ਵਿੱਚ ਗਜ਼ਲ ਭਾਵੇਂ ਅਰਬੀ ਫਾਰਸੀ ਪਰੰਪਰਾ ਤੋਂ ਲਈ ਗਈ ਹੈ। ਇਹ ਗੱਲ ਅਸੀਂ ਸ਼ੁਰੂ 'ਚ ਵੀ ਕੀਤੀ ਸੀ ਕਿ ਜਿਹੜੀ ਗਜ਼ਲ ਹੈ ਉਹ ਫਾਰਸੀ ਤੋਂ ਆਈ ਹੋਈ ਹੈ, ਮੁਸਲਮਾਨਾਂ ਦੀ ਆਮਦ ਦੇ ਨਾਲ ਪੰਜਾਬ ਦੇ ਵਿੱਚ ਆਈ। ਪਰ ਹੁਣ ਦੀ ਜਿਹੜੀ ਗਜ਼ਲ ਲਿਖੀ ਜਾ ਰਹੀ ਹੈ ਉਹ ਉਰਦੂ ਤੋਂ ਜ਼ਿਆਦਾ ਪ੍ਰਭਾਵਿਤ ਹੈ। ਤੇ ਹੁਣ ਗਜ਼ਲ ਜਿਹੜੀ ਹੈ, ਪੰਜਾਬੀ ਗਜ਼ਲ ਹੈ, ਆਪਣਾ ਮੂੰਹ ਮੁਹਾਂਦਰਾ ਨਿਖਾਰ ਚੁੱਕੀ ਹੈ ਅਤੇ ਇੱਕ ਮਿਆਰੀ ਪੱਧਰ ਹਾਸਲ ਕਰਕੇ ਇੱਕ ਵਿਸ਼ੇ ਦੇ ਭਾਵ ਨੂੰ ਸੰਚਾਰਨ ਦੇ
ਸਮਰੱਥ ਹੈ। ਇਹ ਸੀ ਗਜ਼ਲ ਦੀ ਗੱਲ। ਅਸੀਂ ਗਜ਼ਲ ਦੇ ਅਰਥ ਸਮਝੇ ਪਹਿਲਾਂ, ਫਿਰ ਉਸ ਦੀ ਪਰਿਭਾਸ਼ਾ ਕੀਤੀ। ਇੱਕ ਉਦਾਹਰਨ ਦੇ ਰਾਹੀਂ ਅਸੀਂ ਮਤਲਾ, ਮਕਤਾ, ਸ਼ਾਹਬੈਂਤ, ਕਾਫੀਆ, ਰਦੀਫ, ਮਿਸਰਾ ਇਹਨਾਂ ਗੱਲਾਂ ਦੇ ਬਾਰੇ ਜਾਣਿਆ। ਤਾਂ ਆਪ ਸਭ ਵਿਦਿਆਰਥੀਆਂ ਨੇ ਗਜ਼ਲ ਦੇ ਬਾਰੇ ਬਾਖੂਬ ਸਮਝ ਲਿਆ ਹੋਣਾ ਹੈ। ਆਪਾਂ ਮਿਲਾਂਗੇ ਕਿਸੇ ਨਵੇਂ ਵਿਸ਼ਾ ਵਸਤੂ ਦੇ ਨਾਲ। ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪ ਸਭ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।